Hello students, how are you? I hope you all are hale and hearty. I am Manjot Kaur from CS and IT department of Ludhiana Polytechnic College. Today I will teach the subject computer programming using C language. This is the most important subject. CSA and IT department दोनों दे ਲਈ है for the third semester. Chapter 1 is algorithm and program development. First chapter is algorithm and program development. First of all, we will see what is an algorithm. A finite number of statements that will receive input, manipulate the data and produce the desired output. Meaning एक फाइनाइट नंबर ऑफ स्टेटमेंट्स ने ਜਿਹੜੀਆਂ ਕਿ ਇਨਪੁਟ ਨੂੰ ਰਿਸੀਵ ਕਰਦੀਆਂ ਨੇ ਉਸ ਤੋਂ ਬਾਅਦ ਉਹਦੇ ਤੇ ਕੋਈ ਪ੍ਰੋਸੈਸਿੰਗ ਹੁੰਦੀ ਹੈ ਮੈਨੀਪੂਲੇਸ਼ਨ ਹੁੰਦੀ ਹੈ ਡੇਟਾ ਦੀ ਐਂਡ ਪ੍ਰੋਡਿਊਸ ਦਾ ਡਿਜ਼ਾਇਰਡ ਆਊਟਪੁੱਟ ਤੇ ਆਪਾਂ ਨੂੰ ਆਊਟਪੁੱਟ ਮਿਲ ਜਾਂਦੀ ਹੈ ਫॉर एग्जांपल एल्गोरिदम फर्स्ट write an algorithm to find the sum of two given numbers. Solution is step 1 input a comma b. Step 2 sum is equal to a plus b. फर्स्ट स्टैप की आपने इनपुट देनी है कोई भी टू नंबर्स a एंड b. फॉर एग्जांपल a इज इक्वल टू 5 b इज इक्वल टू 7. स्टैप 2 ਦੇ ਵਿੱਚ ਆਪਾਂ ਨੇ ਫਾਰਮੂਲਾ ਪੁੱਟ ਕਰਨਾ sum is equal to a plus b. a plus b means 5 plus 7 is equal to 12. sum is equal to 12. step 3 write sum of two numbers and sum. ਤੇ step 4 ਦੇ ਵਿੱਚ ਕੀ ਹੋ ਜਾਂਦਾ ਹੈ and. ਹੁਣ ਇਹ ਕੀ ਹੈ ਇੱਕ ਐਲਗੋਰਿਦਮ ਆ ਡੈਫੀਨੇਸ਼ਨ 'ਚ ਕੀ ਲਿਖ ਰਹੇ ਫਾਈਨਾਈਟ ਨੰਬਰ ਆਫ ਸਟੇਟਮੈਂਟਸ ਇਹ ਕੀ ਨੇ ਸਾਰੀਆਂ ਸਟੇਟਮੈਂਟਸ that will receive input ਲਈ ਆਪਾਂ ਨੇ a, b. ਨੈਕਸਟ ਮੈਨੀਪੂਲੇਟ ਦਾ ਡੇਟਾ ਨੂੰ ਮੈਨੀਪੂਲੇਟ ਕੀਤਾ ਕਿਵੇਂ sum is equal to a plus b ਐਡੀਸ਼ਨ ਕਰਕੇ ਐਂਡ ਪ੍ਰੋਡਿਊਸ ਦਾ ਡਿਜ਼ਾਇਰਡ ਆਊਟਪੁੱਟ ਤੇ ਇੱਥੇ ਆਪਾਂ ਨੂੰ ਕੀ ਮਿਲ ਰਹੀ ਆ sum of two numbers ਉਸ ਦੀ ਆਊਟਪੁੱਟ ਕਲੀਅਰ ਐਂਡ ਸਟੈਪ 4 is and. ਇਹ ਸਾਰੀ ਕੀ ਸੀ ਆਪਣੇ ਕੋਲ ਐਲਗੋਰਿਦਮ ਕੀ ਹੁੰਦਾ ਸਿੰਪਲ ਸਟੇਟਮੈਂਟਸ ਦੇ ਵਿੱਚ ਜਿਹੜੀ ਆਪਣੀ ਇੰਗਲਿਸ਼ ਦੇ ਵਿੱਚ ਆਪਾਂ ਰਾਈਟ ਕਰਦੇ ਹਾਂ ਉਹਨੂੰ ਆਪਾਂ ਕੀ ਕਹਿ ਦਿੰਦੇ ਆ ਐਲਗੋਰਿਦਮ ਜੇ ਇਹੀ ਇਹਨੂੰ ਆਪਾਂ ਪ੍ਰਿੰਟਐਫ ਸਕੈਨਐਫ ਦੇ ਵਿੱਚ ਲਿਖਾਂਗੇ ਉਹ ਕੀ ਹੋ ਜਾਊਗਾ ਆਪਣਾ ਪ੍ਰੋਗਰਾਮ ਦਿਸ ਇਜ਼ ਅ ਡਿਫਰੈਂਸ ਬਿਟਵੀਨ ਐਲਗੋਰਿਦਮ ਐਂਡ ਪ੍ਰੋਗਰਾਮ ਆਪਾਂ ਨੈਕਸਟ ਅੱਗੇ ਡਿਸਕਸ ਕਰਾਂਗੇ ਤੇ ਸੈਕੰਡ ਟੌਪਿਕ ਇਜ਼ ਫਲੋ ਚਾਰਟ ਕੀ ਹੁੰਦਾ ਨੇਮ ਤੋਂ ਹੀ ਪਤਾ ਚੱਲ ਰਿਹਾ ਵੀ ਇੱਕ ਫਲੋ ਦੇ ਵਿੱਚ ਕੋਈ ਵੀ ਚਾਰਟ ਜਿਹੜੇ ਇੱਕ ਫਲੋ ਦੇ ਵਿੱਚ ਜਾ ਰਹੇ ਆ A flow chart is a pictorial representation of an algorithm. ਆ ਆਪਣਾ ਐਲਗੋਰਿਦਮ ਆ ਮੈਂ ਬਾਅਦ ਵਿੱਚ ਤੁਹਾਨੂੰ ਦਿਖਾਉਂਗੀ ਵੀ ਇਸ ਐਲਗੋਰਿਦਮ ਨੂੰ ਆਪਾਂ ਨੇ ਫਲੋ ਚਾਰਟ ਦੇ ਵਿੱਚ ਕਿਵੇਂ ਕਨਵਰਟ ਕੀਤਾ ਫਲੋ ਚਾਰਟ ਕੀ ਆ ਇੱਕ ਪਿਕਟੋਰੀਅਲ ਮੀਨਸ ਪਿਕਚਰ ਦੀ ਫਾਰਮ ਦੇ ਵਿੱਚ ਰਿਪਰੈਜ਼ੈਂਟੇਸ਼ਨ ਆ ਕਿਹੜੀ ਚੀਜ਼ ਦੀ ਐਲਗੋਰਿਦਮ ਦੀ ਤੇ ਆਪਣਾ ਐਲਗੋਰਿਦਮ ਕੀ ਆ ਨੰਬਰ ਆਫ ਸਟੇਟਮੈਂਟਸ ਨੈਕਸਟ ਆਪਣੇ ਕੋਲ ਆ ਜਾਂਦਾ ਡਿਫਰੈਂਟ ਸਿੰਬਲਸ ਟੂ ਰਿਪਰੈਜ਼ੈਂਟ ਈਚ ਕਾਈਂਡ ਆਫ ਐਕਸ਼ਨ ਪਰਫਾਰਮਡ ਦਿਸ ਇਜ਼ ਦਾ ਮੋਸਟ ਇੰਪੋਰਟੈਂਟ ਕਈ ਵਾਰੀ ਆਪਾਂ ਨੂੰ ਕੁਐਸਚਨ ਆ ਜਾਂਦਾ ਵਟ ਇਜ਼ ਫਲੋ ਚਾਰਟ ਐਂਡ ਐਕਸਪਲੇਨ ਦਾ ਡਿਫਰੈਂਟ ਸਿੰਬਲਸ ਆਫ ਫਲੋ ਚਾਰਟ 10 ਮਾਰਕਸ ਦੇ ਵਿੱਚ ਕੁਐਸਚਨ ਆ ਜਾਂਦਾ ਇਹ ਫਸਟ ਕੀ ਆ ਸਟਾਰਟ ਔਰ ਸਟਾਪ ਸਿੰਬਲ ਫਸਟ ਸਿੰਬਲ ਕੀ ਆ ਕਿਵੇਂ ਆਪਾਂ ਸਟਾਰਟ ਕਰਨਾ ਤੇ ਕਿਵੇਂ ਸਟਾਪ ਕਰਨਾ ਕਿਹੜੇ ਉਹਦੇ ਨਾਲ ਰਿਪਰੈਜ਼ੈਂਟ ਕਰਦੇ ਆ ਦਿਸ ਬਾਕਸ ਦੇ ਨਾਲ ਇਟ ਰਿਪਰੈਜ਼ੈਂਟਸ ਦਾ ਸਟਾਰਟਿੰਗ ਐਂਡ ਐਂਡਿੰਗ ਪੁਆਇੰਟ ਆਫ ਅ ਫਲੋ ਚਾਰਟ ਇਹ ਕਿਸੇ ਵੀ ਪਰਟੀਕੂਲਰ ਫਲੋ ਚਾਰਟ ਦਾ ਸਟਾਰਟਿੰਗ ਤੇ ਐਂਡਿੰਗ ਪੁਆਇੰਟ ਐਕਸਪਲੇਨ ਕਰਦਾ ਸੈਕੰਡ ਇਜ਼ ਕੈਲਕੂਲੇਸ਼ਨ ਔਰ ਪ੍ਰੋਸੈਸਿੰਗ ਕੋਈ ਵੀ ਆਪਾਂ ਨੇ ਕੈਲਕੂਲੇਸ਼ਨ ਕਰਨੀ ਆ ਇਟ ਰਿਪਰੈਜ਼ੈਂਟਸ ਕੈਲਕੂਲੇਸ਼ਨ ਟਾਈਪ ਐਕਟੀਵਿਟੀ ਜਿਵੇਂ a is equal to b plus c x is equal to a square plus b square plus 2ab y is equal to a minus b subtraction addition ਕੋਈ ਵੀ ਕੈਲਕੂਲੇਸ਼ਨ ਉਸ ਨੂੰ ਆਪਾਂ ਕਿਹੜੇ ਉਹਦੇ ਨਾਲ ਕਰਾਂਗੇ ਦਿਸ ਰੈਕਟੈਂਗੂਲਰ ਬਾਕਸ ਦੇ ਨਾਲ ਰਿਪਰੈਜ਼ੈਂਟ ਕਰਾਂਗੇ ਇਸ ਨੂੰ ਆਪਾਂ ਕੀ ਕਹਿੰਦੇ ਆ ਕੈਲਕੂਲੇਸ਼ਨ ਔਰ ਪ੍ਰੋਸੈਸਿੰਗ ਐਂਡ ਦ ਨੈਕਸਟ ਇਜ਼ third point input output symbol it represents material or information entering or leaving the system ਕੋਈ ਵੀ ਆਪਾਂ ਨੇ ਇਨਪੁਟ ਕਰਨੀ ਹੈ ਜਾਂ ਆਊਟਪੁੱਟ ਤਾਂ ਉਹਦੇ ਲਈ ਆਪਾਂ ਨੂੰ ਕਿਹੜਾ ਯੂਜ਼ ਕਰਨਾ ਪੈਣਾ this symbol ਫॉर एग्जांपल ਇੱਥੇ ਮੈਂ ਤੁਹਾਨੂੰ ਫਲੋ ਚਾਰਟ ਦਿਖਾਉਣੀ ਹੈ this one ਇਹ ਆਪਣੇ ਕੋਲ ਸਿੰਪਲ ਕੀ ਹੈ ਬੇਸਿਕ ਫਲੋ ਚਾਰਟ ਆ ਇਹਨੂੰ ਮੈਂ ਬਾਅਦ ਚ ਐਕਸਪਲੇਨ ਕਰੂੰਗੀ ਪਹਿਲਾਂ ਸਿੰਬਲਸ ਦੇਖੋ ਆਪਣੇ ਫਸਟ ਕੀ ਪੜਿਆ ਸੀਗਾ ਸਟਾਰਟਿੰਗ ਔਰ ਐਂਡਿੰਗ ਸਟਾਰਟ ਕੀਤਾ ਦਿਸ ਸਿੰਬਲ ਦੇ ਨਾਲ ਤੇ ਐਂਡ ਵੀ ਸੇਮ ਸਟਾਰਟ ਤੇ ਐਂਡ ਦਾ ਸਿੰਬਲ ਕੀ ਆ ਸੇਮ ਸੈਕੰਡ ਆਪਾਂ ਨੇ ਕੀ ਪੜਿਆ ਸੀ ਕੈਲਕੂਲੇਸ਼ਨ
कैलकुलेशन दे विच की सी कोई भी एक्टिविटी हो रही है, एक्टिविटी मीनस कोई एक्शन हो रहा वा, ठीक है। दैन द थर्ड इज़ इनपुट आउटपुट सिंबल। इनपुट आउटपुट सिंबल के लिए आपाने ये अपन हजे कोई इनपुट नहीं दी, चलो इनपुट आउटपुट सिंबल के लिए अपने ए वाला यूज़ करना। नैक्सट इज़ एरो लाइनस। एरो लाइनस की होंदियां ने, दिस इंडिकेट्स द सीक्वेंस ऑफ स्टैप्स एंड द डायरैक्शन ऑफ फ्लो। भी अपना जिहड़ा फ्लो आ किधर नूं जा रहा, जिवें आ देखो इस तरह एरो आ रहा, उस तो बाद इधर नूं आ रहा, मतलब फ्लो इस तरह जा रहा, इस तो बाद इधर नूं, तां फिर चॉइस की आ, यस होगा तो इस साइड नूं जाऊगा, नो होगा तो इस साइड नूं। ते एरोस की रिप्रजेंट कर रहे हैं फ्लो ऑफ द डेटा। नैक्सट इज़ डिसीजन सिंबल। डिसीजन सिंबल की होंदा, लाइन्स रिप्रजेंटिंग डिफरेंट डिसीजनस एमर्ज फ्रॉम डिफरेंट पॉइंट्स ऑफ द डायमंड। एक डायमंड की शेप आ, उन्होंने आपां की कहने आ डिसीजन सिंबल। तो ये विचों किवें होऊगा, जिवें ए सी ये डायमंड सिंबल आ, इट मीनस किहड़ा सिंबल है, डिसीजन सिंबल। तो इत्थों की पता लग रहा वा, यस और नो, ये कि ने डिफरेंट लाइन्स ने जिहड़ियां एमर्ज हो रही ने दिस डायमंड सिंबल तो। क्लीयर। नैक्सट हैगा कनैक्टर सिंबल। अ स्मॉल सर्कल इज़ यूज्ड टू डिफाइन अ लेबल विच कैन बी लेटर रेफरेंस्ड फ्रॉम अनदर पॉइंट। एक स्मॉल सर्कल यूज़ कर रहे हैं, क्यों यूज़ करते हैं आप, फॉर एग्जाम्पल इफ द फ्लो चार्ट ग्रोज लार्ज एंड एक्सपैंड्स ऑन मल्टीपल पेजेस। फ्लो चार्ट अपना बहुत लेंथी जा रहा वा, एक तो वध पेज ते आ रहा, वी कैन यूज़ कनैक्टर्स। तो आप कनैक्टर्स यूज़ करांगे कनैक्ट करन दे लई, किनू लास्ट सिंबल ऑफ फस्ट पेज टू द फस्ट सिंबल ऑफ द नैक्सट पेज। आप ए वाला कनैक्टर यूज़ करांगे, मतलब कोई भी फ्लो चार्ट इत्थे आ रहा वा, इस तो बाद नैक्सट पेज ते जा रहा, तो आप की करांगे इत्थे कनैक्टर बनावांगे, ठीक है। तो नैक्सट पेज की स्टार्टिंग ते इत्थे की करांगे, इत्थे भी ए वाला सिंबल यूज़ करांगे। इत्थों पता लगूगा भी जिहड़ा अपना फ्लो चार्ट है वो खत्म नहीं होया, कंटीन्यू हो रहा वा। नैक्सट हैगा डॉक्यूमेंट सिंबल। दिस सिंबल रिप्रजेंट अ डॉक्यूमेंट। कोई भी अपने डॉक्यूमेंट अपलोड करना तो वह सिंबल की होगा, दिस। मैनुअल इनपुट सिंबल, इट रिप्रजेंट्स मैनुअल इनपुट। अपने मैनुअली कोई भी अपने वैल्यू पुट करनी है तो आप वो ये वाला सिंबल यूज़ करांगे। नैक्सट इज़ 9 पॉइंट इज़ डेटाबेस। इट इंडिकेट्स अ लिस्ट ऑफ इंफॉर्मेशन with a standard structure that allows for searching and sorting। ये सिंबल काहदे लई आपां यूज़ करते हैं, डेटाबेस लई। डेटाबेस की हुंदा, एक स्टोर हुंदा जिहदे विच आपां सारा डेटा नूं सेव करके रखते हैं, स्टोर करके रखते हैं। नैक्सट इज़ मैगनैटिक डिस्क। मैगनैटिक डिस्क की शो करती है, इनपुट आउटपुट किसी भी डेटा की यूजिंग मैगनैटिक टेप ड्राइव। ये सारे सीगे सिंपल्स अपने फ्लो चार्ट के। तो नैक्सट अपनी एग्जाम्पल है बेसिक फ्लो चार्ट की हुंदा। अ बेसिक फ्लो चार्ट शोज़ द स्टार्टिंग एंड एंडिंग पॉइंट्स ऑफ अ प्रोसैस। आ की है स्टार्टिंग ते एंडिंग पॉइंट ऑफ द फ्लो चार्ट। द सीक्वेंस ऑफ एक्शनस, किहड़े सीक्वेंस दे विच जा रहे ने एक्शनस, किवें किवें एक्शनस परफॉर्म हो रहे ने, एंड द डिसीजन की डिसीजन आ, एंड ब्रांचिंग पॉइंट्स अलॉन्ग द वे। सब तो पहला स्टार्ट किया, फिर कोई चॉइस यस और नो, जे यस होगी तो कोई डिफरेंट एक्शन परफॉर्म हो, नो हो कोई होर एक्शन परफॉर्म हो, उस तो बाद कोई होर चॉइस आ गई अपने कोले, दैन अगेन यस नो, तो लास्ट दे विच एंड। एक ही अपने कोले बेसिक फॉर्मेट आ फ्लो चार्ट का। नैक्सट आपां करते हैं दी एग्जाम्पल। ड्रॉ अ फ्लो चार्ट टू फाइंड द सम ऑफ टू गिवन नंबर्स। हुण अपने सब तो पहला की कीता सी, एक एल्गोरिदम कीता सी ना, सम ऑफ टू गिवन नंबर्स। तो उही एल्गोरिदम नूं हुण आपां काहदे विच कन्वर्ट करना वा, फ्लो चार्ट दे विच। सब तो पहला आपां की लिख रहे हैं, स्टार्ट। स्टार्ट तो बाद अपने कोल की हुंदा, इनपुट देनी है आपां ने। इनपुट की देवांगे, इनपुट ए एंड बी, एक्स एंड वाई, कोई भी वेरीएबल्स तुसीं इत्थे यूज़ कर सकते हो। इनपुट देने तो बाद आपने की करना, प्रोसैसिंग करनी है। प्रोसैसिंग किवें होगी, उहदा फॉर्मूला लगा के। फॉर्मूला की हुंदा सम दा, सम इज़ इक्वल टू एक्स प्लस वाई एंड दैन प्रिंट सम। एक ही अपने को होगी आउटपुट, तो लास्ट दे विच की हो गया स्टॉप। इत्थे स्टार्ट, इत्थे स्टॉप। एक ही आ बेसिक फ्लो चार्ट टू फाइंड द सम ऑफ टू गिवन नंबर्स। पहला अपने एल्गोरिदम लिखिया सी, ते इत्थे आपां फ्लो चार्ट देख रहे हैं, ठीक है जी। नैक्सट हैगा ड्रॉ अ फ्लो चार्ट टू फाइंड द लार्जेस्ट ऑफ थ्री नंबर्स ए बी एंड सी।
ਹੁਣ ਇੱਥੇ ਦੇਖੋ ABC ਕੋਈ 3 ਨੰਬਰ ਨੇ, ਉਹਨਾਂ ਦੇ ਵਿੱਚੋਂ ਆਪਾਂ ਨੇ ਫਾਈਂਡ ਆਊਟ ਕਰਨਾ ਵੀ ਵੱਡਾ ਨੰਬਰ ਕਿਹੜਾ ਵਾ। ਦਿਸ ਇਜ਼ ਦ ਮੋਸਟ ਇੰਪੋਰਟੈਂਟ। ਕਈ ਵਾਰੀ ਇਹ ਵਾਲਾ ਕੁਐਸਚਨ 5 ਮਾਰਕਸ ਦੇ ਵਿੱਚ ਵੀ ਤੁਹਾਨੂੰ ਆ ਜਾਂਦਾ, ਸੈਕਸ਼ਨ B ਦੇ ਵਿੱਚ ਵੀ ਆ ਸਕਦਾ ਤੇ ਸੈਕਸ਼ਨ C ਦੇ ਵਿੱਚ ਵੀ ਆ ਸਕਦਾ। ਹੁਣ ਧਿਆਨ ਨਾਲ ਸਮਝਿਓ। ਦੇਖੋ ਸਭ ਤੋਂ ਪਹਿਲਾਂ ਆਪਾਂ ਲਿਖ ਰਹੇ ਹਾਂ ਸਟਾਰਟ, ਉਸ ਤੋਂ ਬਾਅਦ ਇਨਪੁਟ ਦੇ ਰਹੇ ਰੀਡ ABC, 3 ਵੈਲਿਊਜ਼ ਨੇ ਨਾ, ਤਿੰਨਾਂ ਦੀ ਆਪਾਂ ਨੇ ਕੀ ਦਿੱਤੀ ਇਨਪੁਟ। ਫॉर एग्जांपल 2 3 4। ਹੁਣ ਆਪਾਂ ਨੇ A ਦੀ ਵੈਲਿਊ 2 ਦੇਤੀ, B ਦੀ ਵੈਲਿਊ 3 ਐਂਡ C ਦੀ ਵੈਲਿਊ 4। ਠੀਕ ਹੈ ਜੀ। ਹੁਣ ਆਪਾਂ ਨੇ ਕੀ ਦੇਖਣਾ ਵੀ ਇਹਨਾਂ ਤਿੰਨਾਂ ਦੇ ਵਿੱਚੋਂ ਕਿਹੜਾ ਨੰਬਰ ਵੱਡਾ। ਜੇ ਆਪਾਂ ਵੈਸੇ ਦੇਖੀਏ ਮੈਨੂਅਲੀ ਆਪਾਂ ਨੂੰ ਪਤਾ ਵੀ C ਇਜ਼ ਦਾ largest number, but according to the flow chart, according to the calculations, how can we find out that C is the greatest number, C is the largest number? Let's see. First decision is A is greater than B। ਜਿਹੜਾ A ਆ ਉਹ B ਤੋਂ greater ਆ। ਹਾਂਜੀ ਦੇਖੋ ਹੁਣ A ਦੀ ਵੈਲਿਊ ਆਪਾਂ ਨੇ ਕਿੰਨੀ ਲਈ ਸੀ 2 and B ਦੀ ਵੈਲਿਊ 3। ਹੁਣ A ਵੱਡਾ B ਦੇ ਨਾਲੋਂ no, ਤਾਂ ਇਟ ਮੀਨਸ ਆਪਾਂ ਇਸ ਸਾਈਡ ਨੂੰ ਜਾਵਾਂਗੇ। ਹੁਣ ਇੱਥੇ ਕੀ ਆ B ਐਂਡ C, B ਦੀ ਵੈਲਿਊ ਕਿੰਨੀ ਆ 3, C ਦੀ ਵੈਲਿਊ ਕਿੰਨੀ ਆ 4। ਹੁਣ ਇੱਥੇ ਆਪਾਂ ਦੇਖਾਂਗੇ ਵੀ C ਵੱਡਾ ਜਾਂ B ਵੱਡਾ ਜਾਂ C ਵੱਡਾ। ਹਾਂਜੀ B ਵੱਡਾ ਵਾ C ਦੇ ਨਾਲੋਂ ਨਹੀਂ, ਜੇ ਤਾਂ ਵੱਡਾ ਹੁੰਦਾ ਫਿਰ ਤਾਂ ਇਸ ਸਾਈਡ ਆਉਣਾ ਸੀ। ਹੁਣ ਇਹ ਕੀ ਆ ਰਿਹਾ no, ਇਟ ਮੀਨਸ ਇੱਥੇ ਕੀ ਆ ਰਿਹਾ ਪ੍ਰਿੰਟ C, ਤਾਂ C ਦੀ ਵੈਲਿਊ ਕਿੰਨੀ ਆ ਆਪਣੇ ਕੋਲੇ 4, ਇਟ ਮੀਨਸ C is the largest number। ਕਲੀਅਰ। ਤੁਸੀਂ ਇੱਥੇ ਹੋਰ ਵੀ ਐਗਜ਼ਾਮਪਲਸ ਲੈ ਕੇ ਦੇਖ ਸਕਦੇ ਹੋ 4 5 6 2 3 9, ਤਾਂ ਇਸ ਦੇ ਇੱਦਾਂ ਪੁੱਟ ਕਰਕੇ ਤੁਸੀਂ ਵੈਲਿਊ ਕੱਢ ਸਕਦੇ ਹੋ ਵੀ ਕਿਹੜੀ ਵੈਲਿਊ ਆਊਗੀ। ਸਮਝ ਲੱਗ ਗਈ ਸਾਰਿਆਂ ਨੂੰ। ਤੁਸੀਂ ਇੱਕ ਵਾਰੀ ਆਪਣੇ ਵੱਲੋਂ ਕਰੋਗੇ ਨਾ ਐਗਜ਼ਾਮਪਲਸ ਲੈ ਕੇ ਤਾਂ ਤੁਹਾਨੂੰ ਜ਼ਿਆਦਾ ਜਲਦੀ ਕਲੀਅਰ ਹੋ ਜਾਊਗਾ। ਓਕੇ, ਨੈਕਸਟ ਇਜ਼ draw a flow chart for computing factorial n where n factorial is equal to 1 2 3 4 up to n ਤੱਕ। ਮਤਲਬ n ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਵੀ ਫੈਕਟੋਰੀਅਲ ਹੁੰਦਾ ਕੀ ਆ। ਜਿਵੇਂ ਆਪਾਂ 2 ਦਾ ਫੈਕਟੋਰੀਅਲ ਕਰਨਾ, ਠੀਕ ਹੈ, ਤਾਂ 2 ਦਾ ਕੀ ਹੋਊਗਾ 2 1 is equal to 2। ਠੀਕ ਹੈ, 3 ਦਾ ਫੈਕਟੋਰੀਅਲ ਕੀ ਹੋਊਗਾ 3 2 1, ਤਾਂ ਇਹਦਾ ਕਿੰਨਾ ਆ ਗਿਆ 6। ਇਸ ਚੀਜ਼ ਨੂੰ ਆਪਾਂ ਕੀ ਕਹਿੰਦੇ ਆ ਫੈਕਟੋਰੀਅਲ। ਵੀ ਉਹ ਨੰਬਰ ਤੋਂ ਲੈ ਕੇ 1 ਤੱਕ ਆਪਾਂ ਨੇ ਸਾਰੇ ਜਿੰਨੇ ਵੀ ਵਿੱਚ ਨੰਬਰ ਆਉਣਗੇ ਸਾਰਿਆਂ ਨੂੰ ਮਲਟੀਪਲਾਈ ਕਰਨਾ। ਦਿਸ ਇਜ਼ ਆਲਸੋ ਦਾ ਮੋਸਟ ਇੰਪੋਰਟੈਂਟ। ਠੀਕ ਹੈ, ਕਈ ਵਾਰੀ ਇਹ ਫਲੋ ਚਾਰਟ ਵੀ ਆ ਜਾਂਦਾ ਵੀ ਫੈਕਟੋਰੀਅਲ, ਅਤੇ ਜੇ ਆਪਾਂ ਜਦੋਂ ਪ੍ਰੈਕਟੀਕਲ ਪਰਫੋਰਮ ਕਰਾਂਗੇ ਤਾਂ ਉਹਦੇ ਵਿੱਚ ਵੀ ਇਹ ਬਹੁਤ ਇੰਪੋਰਟੈਂਟ ਪ੍ਰੋਗਰਾਮ ਹੈ ਫੈਕਟੋਰੀਅਲ ਫਾਈਂਡ ਆਊਟ ਕਰਨਾ। ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਫੈਕਟੋਰੀਅਲ ਕੀ ਹੁੰਦਾ ਅਤੇ ਆਪਾਂ ਕਿਵੇਂ ਫਾਈਂਡ ਆਊਟ ਕਰਦੇ ਹਾਂ। ਇਹ ਹੁਣ ਆਪਾਂ ਨੇ ਸਿੰਪਲ ਦੇਖ ਲਿਆ ਵੀ ਆਪਾਂ ਨੂੰ ਕਿਵੇਂ ਫਾਈਂਡ ਆਊਟ ਕਰ ਸਕਦੇ ਹਾਂ, ਅਤੇ ਹੁਣ ਆਪਾਂ ਦੇਖਾਂਗੇ ਪ੍ਰੋਗਰਾਮਿੰਗ ਲੈਂਗੁਏਜ ਦੇ ਵਿੱਚ। ਸਭ ਤੋਂ ਪਹਿਲਾਂ ਸਟਾਰਟ ਰੀਡ n। ਹੁਣ n ਕੀ ਹੈ ਜਿਹੜੇ ਨੰਬਰ ਦਾ ਆਪਾਂ ਨੇ ਫੈਕਟੋਰੀਅਲ ਫਾਈਂਡ ਆਊਟ ਕਰਨਾ। ਦੈਨ m is equal to 1, f is equal to 1। ਆਪਾਂ ਨੇ m ਦੀ ਵੈਲਿਊ ਵੀ ਕੋਈ ਵੀ ਵੇਰੀਏਬਲ ਲੈ ਲਿਆ, ਉਹਦੀ ਵੈਲਿਊ ਆਪਾਂ ਨੇ 1 ਸੈੱਟ ਕਰਤੀ। f ਕੀ ਆਪਣੇ ਕੋਲੇ ਫੈਕਟੋਰੀਅਲ, ਉਹਦੀ ਵੀ ਵੈਲਿਊ ਆਪਾਂ ਨੇ ਕੀ ਲਈ 1। ਠੀਕ ਹੈ ਜੀ, ਦੋਨਾਂ ਦੀ ਵੈਲਿਊ ਆਪਾਂ ਨੇ 1 ਸੈੱਟ ਕਰਤੀ। ਉਸ ਤੋਂ ਬਾਅਦ ਆਪਾਂ ਕੀ ਲਗਾ ਰਹੇ ਹਾਂ ਇੱਥੇ ਫਾਰਮੂਲਾ f is equal to f multiply m। ਉਸ ਤੋਂ ਬਾਅਦ is m is equal to n। ਵੀ m ਆ ਜਿਹੜਾ n ਦੇ ਬਰਾਬਰ ਹੈਗਾ ਜਾਂ ਨਹੀਂ, ਯੈਸ ਔਰ ਨੋ। ਜੇ ਤਾਂ ਹੈਗਾ ਯੈਸ ਤਾਂ ਪ੍ਰਿੰਟ f ਐਂਡ ਹੋ ਜਾਊਗਾ ਆਪਣਾ। ਜੇ ਹੈਗਾ ਨਹੀਂ ਤਾਂ m ਦੀ ਵੈਲਿਊ ਦੇ ਵਿੱਚ ਇੱਕ ਆਪਾਂ +1 ਕਰਾਂਗੇ, ਅਤੇ ਉਸ ਤੋਂ ਬਾਅਦ ਦੁਬਾਰਾ ਇੱਥੇ ਚਲੇ ਜਾਏਗਾ, ਫਿਰ ਮਲਟੀਪਲੀਕੇਸ਼ਨ ਹੋਊਗੀ, ਫਿਰ ਵੈਰੀਫਾਈ ਕਰਾਂਗੇ। ਜੇ ਯੈਸ ਹੋਊਗਾ ਤਾਂ ਦਿਸ ਸਾਈਡ, ਨੋ ਹੋਊਗਾ ਤਾਂ ਫਿਰ m ਦੇ ਵਿੱਚ 1 ਐਡ ਹੁੰਦਾ ਜਾਊਗਾ। ਕਦੋਂ ਤੱਕ ਹੋਊਗਾ? ਜਦੋਂ ਤੱਕ m ਅਤੇ n ਦੀ ਵੈਲਿਊ ਜਿਹੜੀ ਬਰਾਬਰ ਨਹੀਂ ਆ ਜਾਂਦੀ। ਇਹ ਵੀ ਮੈਂ ਤੁਹਾਨੂੰ ਐਗਜ਼ਾਮਪਲ ਲੈ ਕੇ ਸਮਝਾ ਦਿੰਦੀ ਹਾਂ। ਸਭ ਤੋਂ ਪਹਿਲਾਂ ਦੇਖੋ ਰੀਡ n ਦੀ ਵੈਲਿਊ ਆਪਾਂ ਸਮਝ ਲਓ ਵੀ ਆਪਾਂ ਕੀ ਲੈ ਰਹੇ ਹਾਂ 3। ਠੀਕ ਹੈ ਜੀ, m ਦੀ ਵੈਲਿਊ ਆਪਾਂ ਨੇ 1 ਪੁੱਟ ਕੀਤੀ ਆ, f ਦੀ ਵੈਲਿਊ ਆਪਾਂ ਨੇ 1 ਸੈੱਟ ਕੀਤੀ ਆ। ਹੁਣ f ਦੇ ਵਿੱਚ ਇੱਥੇ 1 ਮਲਟੀਪਲਾਈ 1 ਇਜ਼ ਇਕੁਅਲ ਟੂ 1। ਠੀਕ ਹੈ, f ਦੀ ਵੈਲਿਊ ਕੀ ਆ ਗਈ 1, ਅਤੇ ਹੁਣ ਇੱਥੇ m ਦੀ ਵੈਲਿਊ ਆਪਣੇ ਕੋਲੇ ਕਿੰਨੀ ਆ 1। ਤਾਂ ਹੁਣ ਆਪਾਂ ਨੇ ਕੀ ਚੈੱਕ ਕਰਨਾ ਵੀ m ਇਜ਼ ਇਕੁਅਲ ਟੂ n। m n ਦੇ ਬਰਾਬਰ ਹੈਗਾ ਨੋ, ਕਿਉਂ m ਦੀ ਵੈਲਿਊ ਕਿੰਨੀ ਆ 1 ਆ, ਅਤੇ n ਦੀ ਵੈਲਿਊ ਕਿੰਨੀ ਆ ਆਪਣੇ ਕੋਲੇ 3। ਓਕੇ, ਤਾਂ ਨੋ ਆ ਗਿਆ, ਤਾਂ ਇੱਥੇ m ਦੀ ਵੈਲਿਊ ਕੀ ਹੋ ਜੂਗੀ
एक वध जूगी इज़ इक्वल टू 2। ठीक है, फिर दोबारा इत्थे गए एफ की वैल्यू हुण इत्थे की आ जूगी, एम की वैल्यू की अपने कोले हुण 2, तो एफ की वैल्यू कितनी आ जाऊगी 1 मल्टीप्लाई 2, 1 मल्टीप्लाई 2 इज़ इक्वल टू 2। ठीक है जी, हुण आपां एम की वैल्यू फिर चैक करनी आ भी एन के बराबर हैगी आ कि नहीं आ रही, क्यों एन की वैल्यू अपनी हैगी है 3 तो एन की वैल्यू कितनी 3, एम की वैल्यू कितनी आ 2। क्लीयर, तो उस तो बाद फिर आप इधर गए, फिर हुण एम की वैल्यू फिर प्लस कर देनी, एम की वैल्यू पहला कितनी सी 2, फिर ਉਹਦੇ ਵਿੱਚ ਆਪਾਂ ਨੇ 1 प्लस कर देना। ठीक है जी, 1 तो अपने को वैल्यू कितनी आ गई 3। फिर दोबारा गए इत्थे, हुण इत्थे एम की वैल्यू कितनी आ जानी अपने को 3, तो फिर एफ की वैल्यू कितनी कढ़ांगे, एफ की वैल्यू इत्थे कितनी आ 2 मल्टीप्लाई एम की वैल्यू कितनी है इत्थे आपां ने इत्थे कंप्यूट की 3। ठीक है जी, 3 2 दा 6। हुण आपां चैक करांगे भी इज़ एम इज़ इक्वल टू एन, एम की वैल्यू एन के बराबर आ रही है, एम की वैल्यू कितनी आ 3, एन की वैल्यू कितनी आ 3, तो इट मीनस यस, तो आपने प्रिंट की करना एफ, तो इत्थे एफ की वैल्यू कितनी आ 6, तो फिर प्रिंट वैल्यू की हो जी फैक्टोरियल ऑफ 3 इज़ इक्वल टू 6। इत्थे भी आपने की कीता सीगा 3 मल्टीप्लाई 2 मल्टीप्लाई 1 इज़ इक्वल टू 6, इत्थे भी वैल्यू अपने को 6 आई सी, तो ए वाला जो फॉर्मूला अप्लाई करके भी अपने को एफ की वैल्यू की आ गई 6 आ गई। हाँ जी, क्लीयर हो गया सारिਆਂ ਨੂੰ। इफ़ यू हैव एनी डाउट दैन यू कैन आस्क मी इन द ऑनलाइन क्लासेस। ओके, हाँ जी, अज के लिए इन्ना बहुत आ, तो तुसीं इहनूं थॉरोली रीड करोगे तो यदि एग्जाम्पल लैके देखोगे, तुसीं फैक्टोरियल 4 का फैक्टोरियल फाइंड आउट करके देखोगे। ठीक है जी, ए वाले फ्लो चार्ट के विच फैक्टोरियल एन की वैल्यू तुसीं 4 लैके कंप्यूट करोगे तो देखोगे भी तुसीं ए वाला इदां फ्लो चार्ट के विच अप्लाई करके तुहाडा आंसर सही आ रहा जां नहीं। ओके, थैंक यू।